Hello, dear students. Very warm welcome in the channel Lessons of Life. मैं गुरप्रीत ਧਾਲੀਵਾਲ ਹਾਜ਼ਰ ਹਾਂ ਇੱਕ ਹੋਰ ਰਿਵੀਜ਼ਨ ਵੀਡੀਓ ਲਾ ਕੇ। ਅੱਜ ਦੀ ਵੀਡੀਓ ਹੈ ਪੋਇਮਸ ਦੇ ਨਾਲ ਰਿਲੇਟਡ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਂ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਇੰਪੋਰਟੈਂਟ ਸਟੈਂਜਾਸ ਬੇਟਾ ਫਰਮ ਆਲ ਪੋਇਮਸ। ਇਸ ਲਈ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਕਿਉਂਕਿ ਸਾਰੀ ਪੋਇਮਸ ਆਪਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਕਵਰ ਕਰ ਦਿਆਂਗੇ ਸਟੈਂਜੇ ਵਾਲਾ ਪੁਆਇੰਟ। ਠੀਕ ਹੈ, क्लास 10th इंग्लिश ग्रामर इंग्लिश मेन कोर्स बुक सारे चैनल ਤੇ ਤੁਹਾਨੂੰ ਮਿਲ ਜਾਣਗੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਸੋ ਦੇਖਦੇ ਰਹੋ। ਹਾਂਜੀ, ਅੱਜ ਦਾ ਜਿਹੜਾ ਟੌਪਿਕ ਆ ਸਾਡਾ ਸਟੈਂਜਾਸ ਨੂੰ ਲੈ ਕੇ, ਠੀਕ ਹੈ, ਉਹ ਕੁਐਸਚਨ ਨੰਬਰ 4 ਆਉਂਦਾ ਬੇਟਾ ਪੇਪਰ ਦੇ ਵਿੱਚ। ਕੁਐਸਚਨ ਨੰਬਰ 4 ਦਾ ਪਾਰਟ ਏ, ਰਾਈਟ। ਸਟੈਂਜਾ ਲਿਖਿਆ ਹੋਊ 2 ਆਊਟ ਆਫ 3 ਮੀਨਸ 3 ਕੁਐਸਚਨ ਹੋਣਗੇ ਜਿਹਦੇ 'ਚੋਂ ਤੁਸੀਂ 2 ਸਹੀ ਹੋਣੇ ਚਾਹੀਦੇ ਨੇ। ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗੀ ਬੇਟਾ ਤੁਸੀਂ ਤਿੰਨਾਂ ਦੇ ਆਨਸਰ ਦਿਓ ਤਾਂ ਕਿ ਜੇ ਕੋਈ ਗਲਤ ਹੋਵੇ ਦੂਸਰਾ ਸਹੀ ਹੋ ਜੇ। ਮਾਰਕਸ ਕਿੱਦਾਂ ਹੋਣਗੇ? ਇੱਕ ਕੁਐਸਚਨ ਦਾ ਮਾਰਕਸ ਕੀ ਹੋਊਗਾ? 1.5। ਸੋ ਸਾਰਾ ਸਟੈਂਜੇ ਦੇ 2 ਕੁਐਸਚਨ ਸਹੀ ਹੋਣੇ ਚਾਹੀਦੇ। 3 ਮਾਰਕਸ ਦਾ ਇਹ ਜਿਹੜਾ ਸਾਡਾ ਕੁਐਸਚਨ ਹੈ ਬੇਟਾ। ਹਾਂਜੀ, ਫਸਟ ਕੁਐਸਚਨ ਕਿਸੇ ਵੀ ਪੋਇਮ ਦਾ ਸਟੈਂਜਾ ਹੋਵੇ ਮੋਸਟਲੀ ਇਹੀ ਆਉਂਦਾ ਨੇਮ ਦਾ ਪੋਇਮ ਔਰ ਦਾ ਪੋਇਟ। ਠੀਕ ਹੈ, ਸੋ ਸਾਡੇ ਕੋਲ ਹੁਣ 4 ਪੋਇਮਸ ਬਚੀਆਂ ਨੇ, ਇੱਕ ਕੱਟ ਡਾਊਨ ਹੋ ਗਈ ਹੈ। ਠੀਕ, 4 ਪੋਇਮਸ 4 ਰਾਈਟਰਾਂ ਦੇ ਨਾਮ ਅਸੀਂ ਯਾਦ ਕਰਨੇ ਆ। ਇਹ ਤੁਹਾਡੇ ਸਾਹਮਣੇ ਲਿਖੇ ਹੋਏ ਨੇ ਸਾਰੇ। ਇਹਨੂੰ ਤੁਸੀਂ ਇੱਕ ਪੇਜ 'ਤੇ ਲਿਖ ਕੇ ਬੇਟਾ ਜ਼ਰੂਰ ਸਾਹਮਣੇ ਲਗਾ ਲਓ। ਤੁਰਦੇ ਫਿਰਦੇ ਨੂੰ ਪੜ੍ਹਦੇ ਰਹੋ ਤਾਂ ਕਿ ਚੰਗੀ ਤਰੀਕੇ ਨਾਲ ਤੁਹਾਡੇ ਯਾਦ ਹੋ ਜਾਣ। ਇਹਨੂੰ ਅਸੀਂ ਸਟੈਂਜੇ ਦੇ ਵਿੱਚ ਵੀ ਯੂਜ਼ ਕਰਾਂਗੇ, ਅਸੀਂ ਇਹਨੂੰ ਸੈਂਟਰਲ ਆਈਡੀਏ ਦੇ ਵਿੱਚ ਵੀ ਯੂਜ਼ ਕਰਾਂਗੇ ਜਿਹੜਾ 4 ਮਾਰਕਸ ਦਾ ਹੁੰਦਾ। ਠੀਕ ਹੈ, ਸੋ ਫਸਟ ਪੋਇਮ ਹੈ ਕਰੈਕਟਰ ਆਫ ਅ ਹੈਪੀ ਮੈਨ, ਸਰ ਹੈਨਰੀ ਵਾਲਟਨ ਦੀ ਲਿਖੀ ਹੋਈ ਆ। ਹਾਂਜੀ, ਸੈਕਿੰਡ ਹੈ ਡੈਥ ਦਾ ਲੈਵਰਰ, ਜੇਮਸ ਸ਼ਾਰਲੇ। ਥਰਡ ਹੈ ਅ ਵੈਲਡ ਆਫ ਸਰ ਪ੍ਰਤਾਪ ਸਿੰਘ, ਇਹਦੀ ਲਿਖੀ ਹੋਈ ਹੈ ਸਰ ਹੈਨਰੀ ਨਿਊਵਾਲਟ ਦੀ। ਹਾਂਜੀ, ਫੋਰਥ ਵਨ ਆ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ, ਇਹ ਲਿਖੀ ਹੋਈ ਹੈ ਜੀ ਰਵਿੰਦਰਾ ਨਾਥ ਟੈਗੋਰ ਦੀ। ਅਗਰ ਤੁਹਾਨੂੰ ਰਵਿੰਦਰਾ ਨਾਥ ਲਿਖਣਾ ਔਖਾ ਲੱਗੇ RN ਟੈਗੋਰ ਵੀ ਤੁਸੀਂ ਲਿਖ ਸਕਦੇ ਹੋ। ਇਹਨਾਂ ਦੇ ਸਪੈਲਿੰਗ ਸਾਰਿਆਂ ਦੇ ਬੇਟਾ ਚੰਗੇ ਤਰੀਕੇ ਨਾਲ ਯਾਦ ਕਰ ਲਓ। ਇਹਦੇ ਨਾਲ ਆਪਣਾ ਇੱਕ ਕੁਐਸਚਨ ਕਵਰ ਹੋ ਜੂਗਾ। ਜਿਹੜਾ ਮਰਜ਼ੀ ਸਟੈਂਜਾ ਆਉਂਦਾ ਤੁਹਾਨੂੰ ਪਤਾ ਲੱਗ ਜੂ ਕਿਹੜੀ ਪੁਆਇੰਟ 'ਚੋਂ ਆ ਤਾਂ ਤੁਸੀਂ ਆਨਸਰ ਕਰ ਸਕੋਗੇ। ਹਾਂਜੀ ਬੇਟਾ, ਫਸਟ ਸਟੈਂਜਾ ਆ ਗਿਆ। ਹੁਣ ਦੇਖੋ ਮੈਂ ਪਹਿਲਾਂ ਸਟੈਂਜਾ ਪੜ੍ਹ ਦਿੰਦੀ ਹਾਂ, ਫਿਰ ਉਹਦੇ ਅਰਥ ਸਮਝਾ ਦਿੰਦੇ ਹਾਂ, ਫਿਰ ਆਪਾਂ ਉਹਦੇ ਕੁਐਸਚਨ ਆਨਸਰ ਦੇਖਾਂਗੇ। ਹਾਊ ਹੈਪੀ ਇਜ਼ ਹੀ ਵਨ ਔਰ ਥਾਟ ਦੈਟ ਸਾਊਥ ਨਾਟ ਐਂਡ ਅਦਰਸ ਵਰਲ ਹੂਜ਼ ਆਰਮਰ ਇਜ਼ ਹਿਜ਼ ਓਨੈਸਟ ਥਾਟਸ ਐਂਡ ਸਿੰਪਲ ਟਰੂਥ ਦਾ ਆਊਟਮੋਸਟ ਸਕਿੱਲ। ਹਾਂਜੀ, ਹੁਣ ਇਹਦਾ ਮੀਨਿੰਗ ਸਮਝ ਲਈਏ ਆਪਾਂ ਕੀ ਹੈ। ਕਹਿੰਦੇ ਜਿਹੜਾ ਵਿਅਕਤੀ ਦਾ ਜੀਵਨ ਪ੍ਰਸੰਨਤਾਪੂਰਨ ਹੁੰਦਾ, ਠੀਕ, ਉਹਦਾ ਹੁੰਦਾ ਜਿਹਨੂੰ ਕਿਸੇ ਦੀ ਹੋਰ ਦੀ ਆਗਿਆ ਦਾ ਪਾਲਣ ਨਹੀਂ ਕਰਨਾ ਪੈਂਦਾ। ਠੀਕ, ਅਤੇ ਉਹਦੇ ਜਿਹੜੇ ਕਹਿੰਦੇ ਉਹ ਸੁਤੰਤਰਤਾਪੂਰਵਕ ਜੀਵਨ ਜਿਉਂਦਾ ਅਤੇ ਉਹਦੇ ਇਮਾਨਦਾਰ ਜਿਹੜੇ ਵਿਚਾਰ ਹੁੰਦੇ ਨੇ ਉਹੀ ਉਹਦਾ ਕਬਜ਼ ਹੁੰਦੇ ਨੇ। ਅਤੇ ਉਸ ਦੀ ਇੱਕਮਾਤਰ ਹੁਨਰ ਉਹਦਾ ਸਿੱਧੀ ਸਾਦੀ ਸਧਾਰਨ ਸੱਚਾਈ ਭਰਪੂਰ ਜ਼ਿੰਦਗੀ ਹੁੰਦਾ। ਹਾਂਜੀ, ਹੁਣ ਇਹਦੇ ਵਿੱਚ ਇੱਕ ਵਰਡ ਆਇਆ ਥਰਡ ਲਾਈਨ ਦੇ ਵਿੱਚ ਆਰਮਰ, ਉੱਥੇ ਆਰ ਸਾਈਲੈਂਟ ਕਰਕੇ ਆਮ ਵੀ ਬੋਲਾਂਗੇ ਉਹਨੂੰ। ਠੀਕ ਆ, ਅਤੇ ਉਹਦਾ ਮਤਲਬ ਹੁੰਦਾ ਕਬਜ਼। ਜਿੱਦਾਂ ਉਹ ਸਿਪਾਹੀ ਨਹੀਂ ਪਹਿਨਦੇ ਬੋਡੀ 'ਤੇ ਉਹਦੀ ਸੁਰੱਖਿਆ ਲਈ ਕਵਜ਼, ਠੀਕ ਆ, ਬੋਲਦੇ ਉਹਨੂੰ ਆਪਾਂ। ਹਾਂਜੀ, ਇੱਕ ਆਇਆ ਗਾ ਆਊਟਮੋਸਟ। ਆਊਟਮੋਸਟ ਮੀਨ ਸਾਰਿਆਂ ਨੂੰ ਆਪਾਂ ਕਹਾਂਗੇ ਉੱਤਮ। ਉੱਤਮ ਪੰਜਾਬੀ 'ਚ ਆਪਾਂ ਕਹਿ ਸਕਦੇ ਹਾਂ ਇਹਦੇ ਲਈ, ਠੀਕ ਹੈ ਨਾ, ਜਾਂ ਅਧਿਕਤਮ ਗ੍ਰੇਟੈਸਟ ਸਕਿੱਲ ਕੀ ਆ ਉਹਦੀ? ਸਕਿੱਲ ਹੁੰਦਾ ਹੁਨਰ। ਠੀਕ, ਹੁਣ ਪਹਿਲਾਂ ਸਮਝ ਆ ਗਿਆ। ਕੁਐਸਚਨ ਦੇਖੋ, ਨੇਮ ਦਾ ਪੋਇਮ ਐਂਡ ਦਾ ਪੋਇਟ। ਸੋ ਇਹ ਤੁਹਾਨੂੰ ਆਉਂਦਾ ਕਰੈਕਟਰ ਆਫ ਹੈਪੀ ਮੈਨ, ਲਿਖੀ ਹੋਈ ਹੈ ਸਰ ਹੈਨਰੀ ਵਾਲਟਨ ਦੀ। ਹਾਂਜੀ, ਨੈਕਸਟ ਕੁਐਸਚਨ ਕੀ ਆ? ਵਾਟ ਇਜ਼ ਦਾ ਆਰਮਰ ਆਫ ਅ ਹੈਪੀ ਮੈਨ? ਹੁਣੀ ਤੁਹਾਨੂੰ ਦੱਸ ਕੇ ਹਟੀ ਹਾਂ, ਆਰਮਰ ਵੀ ਬੋਲ ਸਕਦੇ ਹੋ ਤੁਸੀਂ ਇਹਨੂੰ, ਆਰਮਰ ਵੀ ਹੈ ਨਾ। ਕਬਜ਼ ਕੀ ਆ ਹੈਪੀ ਮੈਨ ਦਾ? ਦਾ ਆਰਮਰ ਆਫ ਅ ਹੈਪੀ ਮੈਨ ਇਜ਼ ਹਿਜ਼ ਓਨੈਸਟ ਥਾਟਸ। ਠੀਕ, ਤੁਸੀਂ ਇੱਦਾਂ ਵੀ ਲਿਖ ਸਕਦੇ ਹੋ ਚੱਕ ਕੇ ਕੁਐਸਚਨ 'ਚੋਂ, ਜਾਂ ਫਿਰ ਤੁਸੀਂ ਇਹ ਕਿੱਥੇ ਪਿਆ ਗਾ ਦੇਖੋ, ਓਨੈਸਟ ਥਾਟ ਵਾਲੀ ਲਾਈਨ ਉਹ ਥਰਡ ਲਾਈਨ ਪਈ ਆ ਬੇਟਾ। ਠੀਕ ਹੈ, ਹਿਜ਼ ਓਨੈਸਟ ਥਾਟ ਵੀ ਲਿਖ ਸਕਦੇ ਹੋ। 3 ਵਰਡ ਹੋ ਗਏ, ਹਿਜ਼ ਓਨੈਸਟ ਥਾਟ, ਥਾਟਸ ਐਸ ਪਾ ਦੋ ਨਾਲ। ਠੀਕ ਹੋ ਗਿਆ ਇਹਦਾ ਆਨਸਰ। ਥਰਡ ਕੁਐਸਚਨ, ਵਾਟ ਇਜ਼ ਦਾ ਆਊਟਮੋਸਟ ਸਕਿੱਲ ਆਫ ਅ ਹੈਪੀ ਮੈਨ? ਹਾਂਜੀ, ਆਊਟਮੋਸਟ ਸਕਿੱਲ ਕੀ ਆ? 4th ਲਾਈਨ ਪਈ ਆ, ਸਿੰਪਲ ਟਰੁੱਥ ਹਿਜ਼ ਆਊਟਮੋਸਟ ਸਕਿੱਲ। ਦਾ ਹੁਣ ਤੁਸੀਂ ਕੀ ਲਿਖੋ? ਦਾ ਆਊਟਮੋਸਟ ਸਕਿੱਲ ਆਫ ਅ ਹੈਪੀ ਮੈਨ ਇਜ਼ ਸਿੰਪਲ ਟਰੁੱਥ। ਕੁਐਸਚਨ 'ਚੋਂ ਚੱਕ ਕੇ ਬਣਾਉਣਾ। ਠੀਕ ਹੈ ਬੇਟਾ। ਹਾਂਜੀ, ਸੋ ਹੋ ਗਿਆ ਫਸਟ ਸਟੈਂਜਾ ਚੰਗੀ ਤਰੀਕੇ ਨਾਲ। ਹਾਂਜੀ, ਨੈਕਸਟ ਸਟੈਂਜਾ,
This man is free from servile bounds of hope to rise or fear to fall, lord of himself, though not of lands, and having nothing yet hath all. ਸਟੈਂਜਾ ਪੜ੍ਹ ਕੇ ਕੋਈ ਆਈਡੀਆ ਹੋਇਆ ਕਿ ਕਿਹੜੀ ਪੋਇਮ 'ਚੋਂ ਆ? ਆਈ ਥਿੰਕ ਤੁਹਾਨੂੰ ਆਈਡੀਆ ਲੱਗ ਗਿਆ ਹੋਣਾ। ਇਹ ਵੀ ਕਰੈਕਟਰ ਆਫ ਆ ਹੈਪੀ ਮੈਨ ਦੇ ਵਿੱਚੋਂ ਹੀ ਆ ਸਟੈਂਜਾ। ਠੀਕ ਹੈ ਬੇਟਾ, ਹੁਣ ਆਪਾਂ ਇਹਦੇ ਵਿੱਚ ਦੇਖ ਲੈਂਦੇ ਹਾਂ ਜਿਹੜੇ ਵਰਡ ਆਏ ਨੇ। ਸਰਵਾਈਲ ਪਹਿਲਾ ਵਰਡ, ਪਹਿਲੀ ਲਾਈਨ, ਸਰਵਾਈਲ ਬਾਉਂਡਸ ਮੀਨਸ ਗੁਲਾਮੀ ਦੇ ਬੰਧਨ। ਠੀਕ, ਹੋਪ, ਫੀਅਰ, ਇਹ ਦੋ ਵਰਡ ਇਹਦੇ ਵਿੱਚ ਮੇਨ ਨੇ। ਠੀਕ ਹੈ, ਅਤੇ ਹੁਣ ਆਪਾਂ ਪਹਿਰੇ ਲਈ ਸਮਝ ਲਈਏ। ਕਹਿੰਦੇ ਜਿਹੜਾ ਵਿਅਕਤੀ ਆ ਕੋਈ ਵੀ, ਜਿਹਨੂੰ ਕੋਈ ਗੁਲਾਮੀ ਦੇ ਬੰਧਨ ਨਹੀਂ ਹੈਗੇ, ਠੀਕ ਹੈ, ਉਹ ਗੁਲਾਮੀ ਦੇ ਬੰਧਨਾਂ ਤੋਂ ਮੁਕਤ ਆ। ਫਿਰ ਨਾ ਉਹਨੂੰ ਉੱਪਰ ਉੱਠਣ ਦੀ ਕੋਈ ਚਾਹਨਾ, ਨਾ ਹੇਠਾਂ ਡਿੱਗਣ ਦਾ ਕੋਈ ਡਰ ਆ। ਉਹ ਆਪਣਾ ਖੁਦ ਦਾ ਮਾਲਕ ਹੈ, ਚਾਹੇ ਉਹਦੇ ਕੋਲ ਜ਼ਮੀਨਾਂ ਹਨ ਚਾਹੇ ਨਹੀਂ ਹਨ। ਉਹਦੇ ਕੋਲ ਸਭ ਕੁਝ ਹੁੰਦਾ, ਚਾਹੇ ਉਹਦੇ ਕੋਲ ਕੁਝ ਵੀ ਨਾ ਹੋਵੇ। ਠੀਕ, ਕਹਿਣ ਦਾ ਭਾਵ ਉਹ ਆਪਣਾ ਮਾਲਕ ਆਪ ਹੁੰਦਾ। ਹਾਂਜੀ, ਸੋ ਇਹ ਸੀ ਤੁਹਾਡਾ ਸਟੈਂਜਾ। ਹੁਣ ਇਹਦੇ ਦੇਖਦੇ ਹਾਂ ਆਪਾਂ ਕੁਐਸਚਨ ਬੇਟਾ। ਵਾਟ ਇਜ਼ ਅ ਹੈਪੀ ਮੈਨ ਫਰੀ ਫਰੋਮ? ਹੈਪੀ ਮੈਨ ਆ ਕਿਹੜੀ ਚੀਜ਼ ਤੋਂ ਫਰੀ ਆ? ਪਹਿਲਾਂ ਹੀ ਪਿਆ ਉਹਦੀ ਲਾਈਨ 'ਚ, ਦਿਸ ਮੈਨ ਇਜ਼ ਫਰੀ ਫਰੋਮ ਸਰਵਾਈਲ ਬਾਉਂਡਸ ਆਫ ਹੋਪ ਟੂ ਰਾਈਜ਼ ਔਰ ਫੀਅਰ ਟੂ ਫਾਲ। ਇੱਥੇ ਤੱਕ ਬਣਦਾ। ਹੁਣ ਆਪਾਂ ਲਿਖੀਏ ਕਿੱਦਾਂ? ਅ ਹੈਪੀ ਮੈਨ ਇਜ਼ ਫਰੀ ਫਰੋਮ ਆਲ ਹੋਪਸ ਐਂਡ ਫੀਅਰਸ। ਹਾਂਜੀ, ਸੈਕਿੰਡ ਕੁਐਸਚਨ, ਵਾਟ ਡਜ਼ ਅ ਟਰੂਲੀ ਹੈਪੀ ਪਰਸਨ ਹੈਵ ਨਥਿੰਗ ਟੂ ਫੀਅਰ? ਇਹਦੇ 'ਚ ਵੀ ਉਹੀ ਗੱਲ ਆ, ਜਿਹੜਾ ਅਸਲੀ ਖੁਸ਼ ਵਿਅਕਤੀ ਹੈ ਉਹਨੂੰ ਕਿਹੜੀ ਚੀਜ਼ ਦਾ ਡਰ ਨਹੀਂ ਹੁੰਦਾ। ਨਾ ਉਹਨੂੰ ਹੋਪ ਕਿਸੇ ਚੀਜ਼ ਦੀ, ਨਾ ਉਹਨੂੰ ਡਰ ਕਿਸੇ ਚੀਜ਼ ਦਾ। ਇਹੀ ਚੀਜ਼ ਆ। ਇਹ ਸੈਕਿੰਡ ਲਾਈਨ ਪਈ ਹੈ, ਇਹਨੂੰ ਹੀ ਦੇਖੋ ਕਿੱਦਾਂ ਲਿਖਿਆ। ਹੀ ਹੈਜ਼ ਨੋ ਫੀਅਰ ਟੂ ਰਾਈਜ਼ ਔਰ ਟੂ ਫਾਲ। ਨਾ ਉਹਨੂੰ ਉੱਪਰ ਚੜ੍ਹਨ ਦਾ ਡਰ ਆ, ਨਾ ਹੇਠਾਂ ਡਿੱਗਣ ਦਾ ਡਰ ਆ। ਤੁਸੀਂ ਇੱਦਾਂ ਵੀ ਲਿਖ ਸਕਦੇ ਹੋ, ਉਹ ਲਾਈਨ ਵੀ ਚੱਕ ਕੇ ਲਿਖ ਸਕਦੇ ਹੋ, ਸੈਕਿੰਡ ਵਨ। ਹਾਂਜੀ, ਥਰਡ ਕੁਐਸਚਨ, ਵਾਟ ਇਜ਼ ਅ ਹੈਪੀ ਮੈਨ ਮਾਸਟਰ ਆਫ? ਹੈਪੀ ਮੈਨ ਆ ਜਿਹੜਾ ਕਿਹਦਾ ਮਾਸਟਰ ਹੁੰਦਾ? ਆਪਦਾ ਖੁਦ ਦਾ, ਹਿਮਸੈਲਫ ਦਾ, ਹੈ ਨਾ। ਹਾਂ, ਹੁਣ ਇਹਨੂੰ ਕਿੱਦਾਂ ਲਿਖਾਂਗੇ? ਹੀ ਇਜ਼ ਕੰਪਲੀਟ ਮਾਸਟਰ ਆਫ ਹਿਮਸੈਲਫ। ਹੀ ਇਜ਼ ਅ ਮਾਸਟਰ ਆਫ ਹਿਮਸੈਲਫ ਵੀ ਲਿਖ ਸਕਦੇ ਹੋ ਬੇਟਾ ਤੁਸੀਂ ਇਹਦਾ ਆਨਸਰ। ਹਾਂਜੀ, ਆਹ ਇੱਕ ਕੁਐਸਚਨ ਮੈਂ ਥੱਲੇ ਹੋਰ ਲਿਖਿਆ ਹੋਇਆ, ਇਹ ਆਪਾਂ ਪਹਿਲਾਂ ਵੀ ਉਹਨੇ ਰੈਫਰ ਟੂ ਕਾਹਦੇ ਲਈ ਵਰਤਿਆ ਗਿਆ? ਸਰਵਾਈਲ ਬਾਉਂਡਸ ਕਾਹਦੇ ਲਈ ਵਰਤਿਆ ਗਿਆ? ਬੰਧਨਾਂ ਤੋਂ ਮੁਕਤ। ਠੀਕ, ਹੀ ਹੈਜ਼ ਨੋ ਫੀਅਰ ਟੂ ਰਾਈਜ਼ ਔਰ ਟੂ ਫਾਲ, ਜਿਹੜਾ ਸੈਕਿੰਡ ਆ ਉਹੀ ਇਹਦਾ ਆਨਸਰ ਆ। ਠੀਕ, ਉਹਨੂੰ ਉੱਦਾਂ ਵੀ ਕੁਐਸਚਨ ਆ ਸਕਦਾ, ਇੱਦਾਂ ਵੀ ਆ ਸਕਦਾ। ਤਾਂ ਤੁਸੀਂ ਇਹੀ ਪਹਿਲੀਆਂ ਜਿਹੜੀਆਂ ਦੋ ਲਾਈਨਾਂ ਨੇ ਇਹਦਾ ਆਨਸਰ ਆ ਬੇਟਾ। ਠੀਕ, ਸੋ ਚੱਲਦੇ ਹਾਂ ਨੈਕਸਟ ਸਟੈਂਜੇ ਵੱਲ। ਹਾਂਜੀ, ਨੈਕਸਟ ਸਟੈਂਜਾ, ਦ ਗਲੋਰੀਜ਼ ਆਫ ਆਵਰ ਬਲੱਡ ਐਂਡ ਸਟੇਟ ਆਰ ਸ਼ੈਡੋਜ਼ not substantial things. There is no armor against fate. Death lays his icy hand on kings. ਹਾਂਜੀ, ਹੁਣ ਦੇਖੋ ਤੁਸੀਂ ਇਹ ਵਾਲਾ ਸਟੈਂਜਾ ਪੜ੍ਹਦੇ ਹੋਏ ਤੁਹਾਨੂੰ ਕਿਤੇ ਕੋਈ ਅਹਿਸਾਸ ਹੋ ਰਿਹਾ ਕਿ ਇਹ ਪੈਰਾ ਕਿਹੜੀ ਪੋਇਮ ਦੇ ਵਿੱਚੋਂ ਆ ਬੇਟਾ? ਹਾਂਜੀ, ਇਹ ਹੈਗੀ ਸੈਕਿੰਡ ਪੋਇਮ ਸਾਡੀ, ਡੈਥ ਦਾ ਲੈਬਲਰ ਦੇ ਵਿੱਚੋਂ, ਜਿਹਦੇ 'ਚ ਕਾਹਦੀ ਗੱਲ ਹੋ ਰਹੀ ਆ? ਬਲੱਡ ਦੀ, ਸਟੇਟ ਦੀ। ਠੀਕ ਹੈ, ਸੋ ਹੁਣ ਇੱਥੇ ਡੈਥ ਆ ਗਈ ਨਾ ਚੌਥੀ ਲਾਈਨ 'ਚ, ਮੈਂ ਤਦੇ ਇੱਥੇ ਰੁਕ ਗਈ ਸੀ। ਹਾਂ, ਹੁਣ ਆਪਾਂ ਪਹਿਲਾਂ ਸਟੈਂਜਾ ਕੰਪਲੀਟ ਕਰ ਲਈਏ। ਹਾਂ, ਸੈਪਟੋ ਐਂਡ ਕਰਾਊਨ ਮਸਟ ਟੰਬਲ ਡਾਊਨ ਐਂਡ ਇਨ ਦ ਡਸਟ ਬੀ ਇਕੁਅਲ ਮੇਡ ਵਿਦ ਦ ਪੂਅਰ ਕ੍ਰੋਕਡ ਸਾਈਫ ਐਂਡ ਸਪੇਡ। ਹਾਂਜੀ, ਸਟੈਂਜੇ ਦੇ ਵਿੱਚ ਕਾਫੀ ਸਾਰੇ ਵਰਡਸ ਨੇ ਜਿਨ੍ਹਾਂ ਦੇ ਤੁਹਾਨੂੰ ਨਾ ਮੀਨਿੰਗ ਪਤਾ ਹੋਣ। ਪਹਿਲਾਂ ਹੁਣ ਮੈਂ ਤੁਹਾਨੂੰ ਸਮਝਾ ਦਿਆਂ ਕੀ ਹੈ ਇਹ। ਕਹਿੰਦੇ ਸਾਡੇ ਜਨਮ ਜਾਂ ਰੁਤਬੇ ਦੀ ਸ਼ਾਨ ਆ, ਜਾਂ ਜਿਹੜਾ ਜਸ਼ ਆ, ਸਾਰੀਆਂ ਪ੍ਰਾਪਤੀਆਂ ਕੀ ਨੇ? ਕਿ ਪਰਛਾਈਆਂ ਨੇ, ਸ਼ੈਡੋਜ਼ ਨੇ। ਠੀਕ ਆ, ਸੈਕਿੰਡ ਲਾਈਨ 'ਚ ਪਿਆ। ਸਬਸਟੈਂਸ਼ੀਅਲ ਮੀਨਸ ਹੁੰਦਾ ਇੰਪੋਰਟੈਂਟ, ਮੀਨਿੰਗਫੁੱਲ। ਇਹਨਾਂ ਦੇ ਨੋਟ ਲੱਗਿਆ ਹੋਇਆ ਨਾ ਮੂਹਰੇ, ਇਸ ਲਈ ਇਹ ਕੋਈ ਮੀਨਿੰਗਫੁੱਲ ਨਹੀਂ ਚੀਜ਼ਾਂ ਕਹਿੰਦੇ। ਠੀਕ, ਕੀ ਨੇ? ਸ਼ੈਡੋਜ਼ ਨੇ ਜਸਟ। ਫਿਰ ਅੱਗੇ ਗੱਲ ਕਰਦੇ ਆ ਕਿਸਮਤ ਦੇ ਅੱਗੇ ਤਾਂ ਕੋਈ ਚੱਲਦਾ ਹੀ ਨਹੀਂ। ਜਿਹੜੀ ਡੈਥ ਆ, ਜਿਹੜੀ ਮੌਤ ਆ, ਉਹ ਤਾਂ ਆਪਣਾ ਠੰਡਾ ਬਰਫੀਲਾ ਹੱਥ ਰਾਜਿਆਂ 'ਤੇ ਵੀ ਰੱਖ ਦਿੰਦੀ ਆ। ਠੀਕ ਆ, ਰਾਜ ਸੱਤਾ ਹਾਣਾ ਜਿਹੜਾ ਆਇਆ, ਸੈਪਟਰ ਵਰਡ ਆਇਆ, ਇਹਦਾ ਮੀਨਸ ਹੁੰਦਾ ਰਾਜ ਸੱਤਾ, ਹੈ ਨਾ। ਕਰਾਊਨ ਵੀ ਤਾਜ ਹੁੰਦਾ। ਜਿਹੜੇ ਰਾਜ ਸੱਤਾ ਗਈ, ਰਾਜ ਆ, ਉਹ ਵੀ ਸਭ ਠੀਕ ਆ ਕੀ ਹੋ ਜਾਂਦਾ? ਉਹਨਾਂ ਨੂੰ ਵੀ ਹੇਠਾਂ ਡਿੱਗਣਾ ਪੈ ਜਾਂਦਾ, ਖਤਮ ਹੋ ਜਾਂਦੇ ਨੇ, ਇਕੁਅਲ ਹੋ ਜਾਂਦੇ ਨੇ। ਡਸਟ ਹੁੰਦੀ ਆ, ਮਿੱਟੀ, ਮਿੱਟੀ 'ਚ ਸਭ ਮਿਲ ਕੇ ਇੱਕ ਬਰਾਬਰ ਹੋ ਜਾਂਦੇ ਨੇ। ਫਿਰ ਚਾਹੇ ਕੋਈ ਪੂਅਰ ਆ, ਚਾਹੇ ਕੋਈ ਰਿਚ ਆ। ਠੀਕ, ਲਾਸਟ ਦੋ ਵਰਡ ਆਏ ਨੇ ਜਿਹੜੇ, ਸਾਈਫ ਅਤੇ ਸਪੇਡ। ਉਹਦਾ ਹੁੰਦਾ ਦਾਤੀ, ਅਤੇ ਆਪਾਂ ਕਹਾਂਗੇ ਫੌੜਾ, ਚਾਹੇ ਖੁਰਪਾ ਕਹਿ ਲਓ। ਠੀਕ ਆ, ਹਾਂ, ਉਹ ਕਿਹਨੂੰ ਰਿਪਰਜੈਂਟ ਕਰਦੇ ਨੇ ਇੱਥੇ? ਪੂਅਰ ਫਾਰਮਰਸ ਨੂੰ ਰਿਪਰਜੈਂਟ ਕਰਦੇ ਨੇ। ਸਮਝ ਲੱਗ ਗਈ?
ਸਟੈਂਜੇ ਦੀ। ਹੁਣ ਦੇਖੋ ਇਹਦੇ ਕੁਐਸਚਨ, ਰਾਈਟ ਦਾ ਨੇਮ ਆਫ ਦਾ ਪੋਇਮ ਐਂਡ ਦਾ ਪੋਇਟ। ਡੈਥ ਦਾ ਲੈਵਲਰ ਪਹਿਲਾਂ ਹੀ ਦੱਸਿਆ ਤੁਹਾਨੂੰ, ਸੈਕਿੰਡ ਪੋਇਮ ਹੈ ਨਾ, ਅਤੇ ਲਿਖੀ ਕਿਹਦੀ ਹੋਈ ਹੈ, ਜੇਮਸ ਸ਼ਾਰਲੇ ਦੀ। ਸੋ ਨੈਕਸਟ ਕੁਐਸਚਨ, ਹਾਊ ਆਰ ਦਾ ਗਲੋਰੀਜ਼ ਆਫ ਆਰ ਬਲੱਡ ਐਂਡ ਸਟੇਟ ਡਿਸਕ੍ਰਾਈਬਡ ਹੇਅਰ। ਕਿਵੇਂ ਡਿਸਕ੍ਰਾਈਬ ਕੀਤੀਆਂ ਨੇ ਉਹਨਾਂ ਨੇ ਕਿਹਾ ਸ਼ੈਡੋਜ਼ ਨੇ, ਹੈ ਨਾ। ਸੋ ਤੁਹਾਨੂੰ ਮੈਂ ਸਮਝਾਇਆ ਵੀ ਸਾਰਾ ਪਹਿਲਾਂ ਹੀ। ਸੋ ਫਿਰ ਕੀ ਹੈ, ਦ ਗਲੋਰੀਜ਼ ਆਫ ਆਵਰ ਬਲੱਡ ਐਂਡ ਸਟੇਟਸ ਆਰ ਡਿਸਕ੍ਰਾਈਬਡ। ਇਹ ਸਾਰਾ ਕੁਐਸਚਨ 'ਚੋਂ ਚੱਕ ਲਾ, ਹੇਅਰ ਐਜ਼ ਸ਼ੈਡੋਜ਼। ਤੁਸੀਂ ਇਕੱਲਾ ਇੱਥੇ ਮੇਨ ਚੀਜ਼ ਕੀ ਹੈ, ਸ਼ੈਡੋਜ਼ ਆ, ਆਰ ਸ਼ੈਡੋਜ਼। ਤੁਸੀਂ ਪਹਿਲੀ ਆਹ 2 ਲਾਈਨਾਂ ਵੀ ਇਹਦੇ ਵਿੱਚ ਆਨਸਰ ਲਿਖ ਸਕਦੇ ਹੋ ਬੇਟਾ, ਠੀਕ ਆ। ਥਿੰਗਸ, ਸਬਸਟੈਂਸ਼ੀਅਲ ਥਿੰਗਸ ਤੱਕ ਵੀ ਲਿਖੋਗੇ ਤਦ ਵੀ ਆਨਸਰ ਸਹੀ ਹੈ। ਹਾਂਜੀ ਨੈਕਸਟ ਵਨ ਹੈਗਾ, ਹੂ ਆਰ ਇਕੁਅਲ ਬਿਫੋਰ ਡੈਥ। ਡੈਥ ਦੇ ਮੂਹਰੇ, ਮੌਤ ਦੇ ਮੂਹਰੇ ਕੌਣ ਬਰਾਬਰ ਨੇ, ਰਾਜਾ ਰੰਕ ਸਭ ਬਰਾਬਰ ਨੇ। ਸੋ ਫਿਰ ਤੁਸੀਂ ਕੀ ਲਿਖੋਗੇ, ਕਿੰਗਸ ਐਂਡ ਦਾ ਪੂਅਰ ਪੀਜਨਸ ਆਰ ਇਕੁਅਲ ਬਿਫੋਰ ਡੈਥ, ਜਾਂ ਦਾ ਮਾਈਟੀ ਕਿੰਗਸ, ਜੋ ਮਰਜ਼ੀ ਲਿਖ ਲਓ, ਠੀਕ ਆ, ਸਿੰਪਲ। ਕਿੰਗਸ ਐਂਡ ਪੂਅਰ ਪੀਪਲ ਜਾਂ ਪੀਜਨਸ ਜਾਂ ਫਾਰਮਰ ਆਰ ਇਕੁਅਲ ਬਿਫੋਰ ਡੈਥ। ਹਾਂਜੀ ਥਰਡ ਦੇ ਇੱਕ ਪਾਰਟ ਹੋਰ ਬਣਾਇਆ ਹੋਇਆ, ਵਟ ਡਜ਼ ਦਾ ਐਕਸਪ੍ਰੈਸ਼ਨ ਸਾਈਫ ਐਂਡ ਸਪੇਡ ਸਟੈਂਡਸ ਫॉर ਇਨ ਲਾਈਨ 8। ਇਹਦਾ ਕੀ ਮਤਲਬ ਆ, ਮੈਂ ਤੁਹਾਨੂੰ ਸਮਝਾਉਂਦੇ ਪੜ੍ਹਾਉਂਦੇ ਸਮੇਂ ਹੀ ਦੱਸਿਆ ਸੀ। ਇਹ ਪੂਅਰ ਫਾਰਮਰਸ ਨੂੰ ਰੀਪ੍ਰਜੈਂਟ ਕਰਦੀ ਹੈ, ਜਾਂ ਲੇਬਰ ਕਲਾਸ ਆ ਜਿਹੜੀ ਉਹਨੂੰ ਰੀਪ੍ਰਜੈਂਟ ਕਰਦੀ ਹੈ। ਸੋ ਆ ਦੇਖੋ ਇਹਦਾ ਆਨਸਰ ਕੀ ਆ, ਤੁਸੀਂ ਸਿੱਧਾ ਇੰਨਾ ਵੀ ਲਿਖੋਗੇ, ਸਟੈਂਡਸ ਦਿਸ ਐਕਸਪ੍ਰੈਸ਼ਨ ਸਟੈਂਡਸ ਫॉर ਦ ਪੂਅਰ ਪੀਜੈਂਟ ਜਾਂ ਫਾਰਮਰਸ ਐਂਡ ਲੇਬਰਰਸ, ਠੀਕ ਹੈ। ਸੋ ਇਹ ਹੋ ਗਿਆ ਸਟੈਂਜਾ। ਹੁਣ ਨੈਕਸਟ, ਅਰਲੀ ਔਰ ਲੇਟ ਦੇ ਸਟੂਪ to fate and must give up their murmuring faith when they pale captive creep to death. Any idea? ਹਾਂਜੀ ਇਹ ਜਿਹੜਾ ਪੈਰਾ ਇਹ ਵੀ ਡੈਥ ਵਾਲੇ 'ਚੋਂ ਹੀ ਆ, ਇਹਦੇ ਵਿੱਚ ਵੀ ਆਇਆ ਡੈਥ ਦਾ ਲੈਵਲਰ 'ਚੋਂ ਆ, ਠੀਕ ਬੇਟਾ। ਸੋ ਪਹਿਲਾ ਕੁਐਸਚਨ ਅਗਰ ਇਹਦਾ ਵੀ ਪੋਇਮ ਅਤੇ ਪੋਇਟ ਦਾ ਨਾਂ ਆਉਂਦਾ ਤੁਸੀਂ ਉਹੀ ਲਿਖਣਾ। ਹੁਣ ਨੈਕਸਟ ਕੁਐਸਚਨ ਦੇਖਦੇ ਹਾਂ, ਹੂ ਸਟੂਪ ਟੂ ਫੇਟ। ਹਾਂਜੀ ਕੌਣ ਬਚ ਸਕਦਾ ਮੌਤ ਤੋਂ, ਦੱਸੋ ਕੌਣ ਬਚ ਸਕਦਾ, ਬਚ ਸਕਦਾ ਕੋਈ ਨਹੀਂ। ਸੋ ਫਿਰ ਕੀ ਲਿਖਾਂਗੇ, ਐਵਰੀਬਾਡੀ ਹੈਜ਼ ਟੂ ਸਟੂਪ ਟੂ ਫੇਟ। ਹਰ ਕਿਸੇ ਨੂੰ ਮੌਤ ਦਾ ਤਾਂ ਸਾਹਮਣਾ ਕਰਨਾ ਹੀ ਪੈਂਦਾ ਹੈ। ਹਾਂਜੀ ਨੈਕਸਟ ਵਨ ਕੀ ਆ, ਵਿਚ 2 words ਸ਼ੋ ਦੈਟ ਮੈਨ ਡੋਂਟ ਵਾਂਟ ਟੂ ਡਾਈ। ਕਿਹੜੇ 2 ਸ਼ਬਦ ਨੇ ਜਿਹੜੇ ਦੱਸਦੇ ਆ ਬੰਦੇ ਮਰਨਾ ਨਹੀਂ ਚਾਹੁੰਦੇ। ਉਹ ਹੈਗੀ ਥਰਡ ਲਾਈਨ ਦੇ ਲਾਸਟ 2 ਵਰਡ ਨੇ, ਮਮਰਿੰਗ ਬਰੀਥ, ਠੀਕ। ਹਾਂਜੀ ਵਾਟ ਇਜ਼ ਮੈਂਟ ਬਾਈ ਫੇਲ ਕੈਪਟਿਵ। ਹਾਂਜੀ ਇਹਦਾ ਕੀ ਮਤਲਬ ਆ, ਇਹ 4th ਲਾਈਨ ਦੇ ਵਿੱਚ ਆਇਆ। ਇਹਦਾ ਮਤਲਬ ਆ ਮੀਨਸ ਦੈਟ ਆਲ ਪਰਸਨ ਲੁੱਕ ਲਾਈਕ ਹੈਲਪਲੈਸ ਪ੍ਰਿਜ਼ਨਰਸ ਐਟ ਦਾ ਟਾਈਮ ਆਫ ਡੈਥ। ਜਦੋਂ ਮੌਤ ਆਉਂਦੀ ਆ ਕਹਿੰਦੇ ਉਹਦੇ ਸਾਹਮਣੇ ਸਾਰੇ ਹੈਲਪਲੈਸ ਫੀਲ ਕਰਦੇ ਨੇ, ਪ੍ਰਿਜ਼ਨਰ ਕੈਦੀਆਂ ਦੀ ਤਰ੍ਹਾਂ, ਠੀਕ ਆ। ਕੈਪਟਿਵ ਦਾ ਮੀਨਸ ਵੀ ਕੈਦੀ ਹੁੰਦਾ। ਸੋ ਇਹ ਸੀ ਇਹਦੇ ਆਨਸਰਸ ਬੇਟਾ। ਸੋ ਨੈਕਸਟ stanza, there are 3 of his race and creed, 3 only and no more. They could not find to bear the death. A 4th in all Yodhpur, O Maharaj, O our good, oh your good grace, send us a sweeper here. A sweeper has no caste to lose, even by an alien we are. ਹਾਂਜੀ ਇਹ ਹੈਗਾ ਜੋਧਪੁਰ ਆ ਗਿਆ ਜਿੱਥੇ ਦੇਖੋ ਤੁਸੀਂ, ਇਹ ਕਿਹੜੇ 'ਚੋਂ, ਮਹਾਰਾਜ ਦੀ ਗੱਲ ਹੋ ਰਹੀ ਆ। ਇਹ ਬੈਲਡ ਆਫ ਸਰ ਪ੍ਰਤਾਪ ਸਿੰਘ 'ਚੋਂ ਆ ਸਟੈਂਜਾ, ਠੀਕ ਆ ਬੇਟਾ। ਸਟੈਂਜਾ ਸਮਝ ਲਈਏ। ਪਹਿਲਾਂ ਕੀ ਆ, ਉੱਥੇ ਗੱਲ ਕਰਦੇ ਆ ਕਹਿੰਦੇ ਉਸ ਦੀ ਜਾਤ ਦੇ ਉੱਥੇ 3 ਹੀ ਬੰਦੇ ਸੀ ਸਾਰੇ ਜੋਧਪੁਰ 'ਚ, ਉਹਨਾਂ ਨੂੰ ਚੌਥਾ ਬੰਦਾ ਨਹੀਂ ਲੱਭਿਆ ਜਿਹੜਾ ਡੈੱਡ ਬੋਡੀ ਨੂੰ ਚੱਕ ਕੇ ਲਿਜਾਣ ਦੇ ਵਿੱਚ, ਉਹਨਾਂ ਦੀ ਅਰਥੀ ਨੂੰ ਜਿਵੇਂ ਲਿਜਾਣ ਦੇ ਵਿੱਚ, ਮੋਢਾ ਦੇਣ ਦੇ ਵਿੱਚ ਕੋਈ ਹੈਲਪ ਕਰੇ। ਫਿਰ ਉਹ ਮਹਾਰਾਜ ਨੂੰ ਕਹਿੰਦੇ ਆ ਵੀ ਤੇਰੀ ਤਾਂ ਬਹੁਤ ਸ਼ਾਨ ਆ, ਤੂੰ ਇੱਥੋਂ ਇੱਕ ਸਵੀਪਰ ਹੁੰਦਾ, ਸਫਾਈ ਕਰਮਚਾਰੀ ਭੇਜ ਦੇ, ਉਹਨੂੰ ਆਪਣੀ ਜਾਤ ਖੋਣ ਦਾ ਕੋਈ ਡਰ ਨਹੀਂ, ਉਹ ਇਸ ਵਿਦੇਸ਼ੀ ਦੀ ਜਿਹੜੀ ਅਰਥੀ ਨੂੰ ਮੋਢਾ ਦੇ ਦੇਵੇਗਾ। ਇਹਦਾ ਮੀਨਿੰਗ ਆ। ਲਓ ਜੀ ਹੁਣ ਇਹਦੇ ਕੁਐਸਚਨਸ ਦੇਖ ਲਈਏ। ਦੇਅਰ ਵਰ 3 ਆਫ ਹਿਜ਼ ਰੇਸ ਐਂਡ ਕ੍ਰੀਡ, ਵਿਚ ਰੇਸ ਹੈਜ਼ ਬੀਨ ਮੈਨਸ਼ਨਡ ਹੇਅਰ। ਇੱਥੇ ਕਿਹੜੀ ਰੇਸ, ਰੇਸ ਮੀਨਸ ਇੱਥੇ ਜਾਤ ਦੀ ਗੱਲ ਹੋ ਰਹੀ ਆ, ਵੀ ਕਿਹੜੀ ਜਾਤ ਦੀ ਗੱਲ ਕੀਤੀ ਗਈ ਆ। ਤੁਹਾਨੂੰ ਪਤਾ ਸਰ ਪ੍ਰਤਾਪ ਸਿੰਘ, ਇੱਕ ਸਰ ਪ੍ਰਤਾਪ ਸਿੰਘ ਸੀਗੇ ਅਤੇ ਇੱਕ ਐਨ ਇੰਗਲਿਸ਼ ਸੋਲਜਰ ਸੀਗੇ। ਇਹਨਾਂ 'ਤੇ ਮੈਂ ਅਲੱਗ ਵੀਡੀਓ ਮੈਂ ਪੂਰੀ ਬਣਾਈ ਹੋਈ ਆ, ਅਗਰ ਸਾਰੇ ਸਟੈਂਜੇ ਕਰਨੇ ਚਾਹੋ ਤਾਂ ਉਹ ਵੀ ਦੇਖ ਸਕਦੇ ਹੋ ਵੀਡੀਓ, ਠੀਕ ਆ ਬੇਟਾ। ਸੋ ਇੱਥੇ ਰੇਸ ਕਿਹਦੀ ਦੀ ਗੱਲ ਹੋ ਰਹੀ ਆ, ਦ ਰੇਸ ਆਫ ਦ ਇੰਗਲਿਸ਼ ਸੋਲਜਰ ਹੈਜ਼ ਬੀਨ ਮੈਨਸ਼ਨਡ ਹੇਅਰ ਦਾ, ਠੀਕ ਹੈ। ਹੋ ਗਿਆ ਕੁਐਸਚਨ। ਨੈਕਸਟ ਵਨ, ਵਾਟ ਕੁਡ ਦੇ ਨਾਟ ਫਾਈਂਡ ਇਨ ਆਲ ਜੋਧਪੁਰ। ਕੀ ਨਹੀਂ ਲੱਭਿਆ ਉਹਨਾਂ ਨੂੰ ਸਾਰੇ ਜੋਧਪੁਰ ਦੇ ਵਿੱਚ, ਚੌਥਾ ਬੰਦਾ ਨਹੀਂ ਲੱਭਿਆ। ਤਾਂ 4th ਪਰਸਨ ਟੂ ਕੈਰੀ ਦਾ ਵੀਆ,
ਇਹ 'ਚ ਆਰ ਸਾਈਲੈਂਟ ਆ, ਬੀ ਆ ਬੋਲਾਂਗੇ ਇਹਨੂੰ, ਅਰਥੀ ਇਹਦਾ ਮਤਲਬ, ਠੀਕ ਆ। ਦੇ ਕੁਡ ਨਾਟ ਫਾਈਂਡ, ਦੇਖੋ ਉੱਥੇ ਦੇ ਵੀ ਪਿਆ, ਕੁਡ ਵੀ ਪਿਆ, ਨਾਟ ਵੀ, ਦੇ ਕੁਡ ਨਾਟ ਫਾਈਂਡ ਦਾ 4th ਪਰਸਨ ਟੂ ਕੈਰੀ ਦਾ ਵੀ ਆ। ਹੁਣ ਦੇਖੋ ਫੋਰਥ ਵੀ ਉੱਥੇ ਤੁਹਾਨੂੰ ਮਿਲ ਜੂਗਾ ਲਿਖਿਆ ਵਾ, ਠੀਕ ਆ। ਜਾਂ ਤੁਸੀਂ ਉਹ 3rd ਅਤੇ 4th ਲਾਈਨ ਇਹਦੇ ਵਿੱਚ ਆਨਸਰ 'ਚ ਲਿਖ ਸਕਦੇ ਹੋ। ਹਾਂਜੀ, ਨੈਕਸਟ ਵਨ ਹੈ ਬਟ ਡਿਡ ਦੇ ਰਿਕੁਐਸਟ ਦਾ ਕਿੰਗ, ਉਹਨਾਂ ਨੇ ਕਿੰਗ ਨੂੰ ਕੀ ਰਿਕੁਐਸਟ ਕੀਤੀ ਸੀ ਕਿ ਇੱਥੋਂ ਸਵੀਪਰ ਭੇਜ ਦੇ। ਦੇ ਰਿਕੁਐਸਟਡ ਦਾ ਕਿੰਗ ਟੂ ਸੈਂਡ ਆ ਸਵੀਪਰ ਟੂ ਕੈਰੀ ਦਾ ਬੀਆ। ਸੋ ਇਹ ਵੀ ਇੱਥੇ ਪਿਆ ਗਾ, ਸਵੀਪਰ ਹੈਜ਼, ਉਹਨਾਂ ਨੇ ਉਹ ਮਹਾਰਾਜ ਵਾਲੀ ਅਤੇ ਸੈਂਡ ਅਸ ਆ ਸਵੀਪਰ ਹੇਅਰ। ਇਹ 2 ਲਾਈਨਾਂ ਤੁਸੀਂ ਆਨਸਰ ਵਜੋਂ ਲਿਖ ਸਕਦੇ ਹੋ ਬੇਟਾ। ਇਹ ਉਹਨਾਂ ਬੱਚਿਆਂ ਲਈ ਮੈਂ ਦੱਸ ਰਹੀ ਹਾਂ ਜਿਹੜੇ ਨੂੰ ਕੋਈ ਆਈਡੀਆ ਨਹੀਂ ਯਾਦ ਕਰ ਸਕਦੇ, ਤਾਂ ਉਹ ਉੱਥੋਂ ਲਾਈਨਾਂ ਚੱਕ ਕੇ ਆਨਸਰ ਦੇ ਵਿੱਚ ਲਿਖ ਸਕਦੇ ਆ ਬੇਟਾ। ਹਾਂਜੀ, ਨੈਕਸਟ ਸਟੈਂਜਾ ਗੋਡ ਓਨਲੀ ਨੋਜ਼ ਸੈਡ ਪ੍ਰਤਾਪ ਸਿੰਘ ਦੈਟ ਵਿਚ ਆਈ ਲੂਜ਼ ਟੂ ਡੇ ਐਂਡ ਵਿਦਾਊਟ ਮੀ ਨੋ ਹੈਂਡ ਆਫ ਮੈਨ ਸ਼ੈਲ ਵੀਅਰ ਮਾਈ ਫਰੈਂਡਸ ਅਵੇ। ਹਾਂਜੀ, ਇਹ 'ਚ ਤਾਂ ਪ੍ਰਤਾਪ ਸਿੰਘ ਆ ਹੀ ਗਿਆ, ਸੋ ਆਈਡੀਆ ਹੋ ਗਿਆ ਤੁਹਾਨੂੰ ਇਹ ਸਰ ਪ੍ਰਤਾਪ ਸਿੰਘ ਵਾਲੀ ਪੋਇਮ 'ਚੋਂ ਆ, ਠੀਕ ਹੈ। ਸੋ ਦੇਖਦੇ ਹਾਂ ਕੁਐਸਚਨ ਨੂੰ। ਵਟ ਲਾਸ ਡਜ ਪ੍ਰਤਾਪ ਸਿੰਘ ਰੈਫਰ ਟੂ, ਇੱਥੇ ਪ੍ਰਤਾਪ ਸਿੰਘ ਨੇ ਕੀ ਖੋਇਆ, ਕਿਹਦਾ ਜ਼ਿਕਰ ਕੀਤਾ ਜਾ ਰਿਹਾ। ਉਹਨੇ ਆਪਣਾ ਫਰੈਂਡ ਖੋਇਆ, ਠੀਕ ਆ। ਐਨ ਇੰਗਲਿਸ਼ ਸੋਲਜਰ, ਸੋ ਇੱਥੇ ਇਕੱਲਾ ਐਨ ਇੰਗਲਿਸ਼ ਸੋਲਜਰ ਵੀ ਲਿਖ ਸਕਦੇ ਹੋ। ਸਰ ਪ੍ਰਤਾਪ ਸਿੰਘ ਰੈਫਰ ਟੂ ਦ ਲਾਸ ਆਫ ਹਿਜ਼ ਫਰੈਂਡ ਐਨ ਇੰਗਲਿਸ਼ ਸੋਲਜਰ ਵੀ ਲਿਖ ਸਕਦੇ ਹੋ। ਹਾਊ ਡਿਡ ਹੀ ਫੀਲ ਓਵਰ ਦਿਸ ਲਾਸ, ਉਹ ਇਸ ਲਾਸ ਦੇ ਉੱਤੇ ਕਿਹੋ ਜਿਹਾ ਮਹਿਸੂਸ ਕਰਦੇ ਸੀ। ਵੈਰੀ ਸੈਡ, ਹੀ ਫੈਲਟ ਵੈਰੀ ਸੈਡ। ਓਵਰ ਹਿਜ਼ ਲਾਸ ਅਗਰ ਲਿਖ ਸਕਦੇ ਹੋ ਤਾਂ ਵੈਲ ਐਂਡ ਗੁੱਡ ਹੈ। ਅਗਰ ਤੁਸੀਂ ਇੰਨਾ ਵੀ ਲਿਖ ਦੋਗੇ ਤਦ ਵੀ ਇਨਫ ਆ, ਹੀ ਫੈਲਟ ਵੈਰੀ ਸੈਡ। ਹਾਂਜੀ, ਨੈਕਸਟ ਵਨ ਵਾਈ ਡਿਡ ਹੀ ਕੈਰੀ ਦਾ ਵੀਆ ਹਿਮਸੈਲਫ, ਉਹ ਆਰਥੀ ਨੂੰ ਖੁਦ ਹੀ ਕਿਉਂ ਲੈ ਕੇ ਜਾਣਾ ਚਾਹੁੰਦਾ ਸੀ, ਕਿਉਂਕਿ ਉਹਦਾ ਦੋਸਤ ਸੀ, ਠੀਕ। He carried the via himself because it was the via of his dear friend and a true soldier। हाँ, ਇੱਦਾਂ ਲਿਖ ਸਕਦੇ ਹੋ। ਅਗਰ ਹੋਰ ਛੋਟਾ ਕਰਕੇ ਲਿਖਣਾ ਚਾਹੋ ਤਾਂ it was ਤੋਂ ਚੱਕ ਲਓ ਫਿਰ ਬੇਟਾ, it was the via of his, ਜਾਂ because ਤੋਂ ਲਿਖ ਸਕਦੇ ਹੋ, ਮੂਰਲਾ ਨਾ ਲਿਖੋ, ਠੀਕ ਹੈ। his dear friend ਹੋ ਗਿਆ। ਚਲੋ ਨੈਕਸਟ ਵਨ। when the morning stars they rode, when the evening sun and their blood sang to them as they wrote that all good bars are one। ਇਹ ਵੀ ਰਾਈਡਰਸ ਦੀ ਗੱਲ ਹੋ ਰਹੀ ਆ, ਠੀਕ ਆ। ਇਹ ਵੀ ਸਰ ਪ੍ਰਤਾਪ ਸਿੰਘ ਵਾਲੇ ਚੋਂ ਸਟੈਂਜਾ, ਇੰਪੋਰਟੈਂਟ ਸਟੈਂਜਾ ਹੈ ਵੀ। ਇੱਥੇ ਗੱਲ ਕਰਦੇ ਆ, ਕਹਿੰਦੇ ਸਵੇਰੇ ਜਦੋਂ ਹਜੇ ਮਾਰਨਿੰਗ ਦੇ ਸਮੇਂ ਦੇ ਵਿੱਚ ਵੀ ਤਾਰੇ ਚਮਕ ਰਹੇ ਹੁੰਦੇ ਉਦੋਂ ਵੀ ਉਹ ਇਕੱਠੇ ਸਵਾਰੀ ਕਰ ਰਹੇ ਹੁੰਦੇ ਆ, ਜਦੋਂ ਸ਼ਾਮ ਦਾ ਸੂਰਜ ਡੁੱਬ ਰਿਹਾ ਹੁੰਦਾ ਉਦੋਂ ਵੀ ਉਹ ਇਕੱਠੇ ਘੋੜ ਸਵਾਰੀ ਕਰ ਰਹੇ ਹੁੰਦੇ, ਠੀਕ ਆ। ਉਹਨਾਂ ਦੇ ਜਿਹੜੇ ਖੂਨ ਆ ਉਹ ਇਕੱਠਾ ਬਹਾਦਰੀ ਦੇ ਗੀਤ ਗਾ ਰਿਹਾ ਹੁੰਦਾ, ਅਤੇ ਉਹ ਸਾਰੇ ਇਹ ਗੱਲਾਂ ਸੋਚਦੇ ਕਿ ਜਿਹੜੀਆਂ ਸਾਰੀਆਂ ਯੁੱਧ ਨੇ, ਚੰਗੇ ਯੁੱਧ ਨੇ ਜਾਂ ਚੰਗੀਆਂ ਲੜਾਈਆਂ ਨੇ, ਉਹ ਚੰਗੇ ਕੰਮਾਂ ਲਈ ਲੜੀਆਂ ਜਾਂਦੀਆਂ ਨੇ, ਠੀਕ ਹੈ। ਇਹਦੇ ਬਾਰੇ ਉਹ ਗੱਲ ਕਰ ਰਹੇ ਹੁੰਦੇ। ਇਹ ਸੀਗਾ ਸਟੈਂਜਾ। ਹੁਣ ਇਹਦੇ ਕੁਐਸਚਨਸ, ਨੇਮ ਦਾ ਪੋਇਮ ਐਂਡ ਦਾ ਪੋਇਟ। ਸੋ ਸਰ ਬੈਲਡ ਆਫ ਸਰ ਪ੍ਰਤਾਪ ਸਿੰਘ, ਸਰ ਹੈਨਰੀ ਨਿਊਬੋਲਟ ਦੀ ਲਿਖੀ ਹੋਈ ਆ ਪੋਇਮ। ਸੋ ਫਸਟ ਕੁਐਸਚਨ ਅਸੀਂ ਪਹਿਲਾਂ ਹੀ ਯਾਦ ਕਰ ਲਿਆ ਹੈ ਨਾ। ਹਾਂਜੀ, ਸੈਕਿੰਡ, ਹੂ ਆਰ ਦਾ ਰਾਈਡਰਸ, ਘੋੜਸਵਾਰ ਕੌਣ ਸੀ। ਜਿਹੜੇ ਹੂ ਵਾਲੇ ਕੁਐਸਚਨ ਹੁੰਦੇ ਉੱਥੇ ਮੂਹਰੇ ਸਟਾਰਟਿੰਗ 'ਚ ਨਾਮ ਪਾ ਦਿਓ ਅਤੇ ਬਾਕੀ ਸਾਰਾ ਕੁਐਸਚਨ ਵਾਲਾ ਲਿਖ ਦਿਓ ਜਾ ਕੇ। ਸਰ ਪ੍ਰਤਾਪ ਸਿੰਘ ਐਂਡ ਐਨ ਇੰਗਲਿਸ਼ ਸੋਲਜਰ ਬਾਰ ਦਾ ਰਾਈਡਰਸ। ਹਾਂਜੀ, ਨੈਕਸਟ ਵਨ, ਹਾਊ ਡਿਡ ਦੇ ਫੀਲ ਵਾਈਲ ਰਾਈਡਿੰਗ ਟੂਗੈਦਰ, ਜਦੋਂ ਇਕੱਠੇ ਘੋੜਸਵਾਰੀ ਕਰਦੇ ਸੀ ਤਾਂ ਕੀ ਮਹਿਸੂਸ ਕਰਦੇ ਸੀ। ਉਹ ਬਹੁਤ ਹੈਪੀ ਮਹਿਸੂਸ ਕਰਦੇ ਸੀ। ਸੌਂਗਾਂ ਦੀ ਗੱਲ ਆ ਰਹੀ ਆ ਉੱਪਰ ਨਾ, ਦੇ ਫੈਲਟ ਵੈਰੀ ਬਰੇਵ ਐਂਡ ਹੈਪੀ। ਸੋ ਇਹਦਾ ਆਨਸਰ ਲਿਖਾਂਗੇ ਅਸੀਂ, ਦੇ ਫੈਲਟ ਵੈਰੀ ਬਰੇਵ ਐਂਡ ਹੈਪੀ। ਸੋ ਫੋਰਥ ਵਨ, ਹਾਊ ਡਿਡ ਦੇ ਫੀਲ ਅਬਾਊਟ ਵਾਰਸ, ਯੁੱਧਾਂ ਦੇ ਬਾਰੇ 'ਚੋਂ ਕੀ ਗੱਲ ਕਰਦੇ ਸੀ, ਕੀ ਫੀਲ ਕਰਦੇ ਸੀ। ਅਸੀਂ ਗੱਲ ਕੀਤੀ ਉਹਨਾਂ ਨੇ ਗੁੱਡ ਵਾਰਸ ਦੀ ਗੱਲ ਕਰਦੇ, ਦੇ ਫੈਲਟ ਦੈਟ ਆਲ ਗੁੱਡ ਵਾਰਸ ਆਰ ਵਨ, ਸਾਰੀਆਂ ਜਿਹੜੀਆਂ ਚੰਗੇ ਕੰਮਾਂ ਲਈ ਲੜਾਈਆਂ ਲੜੀਆਂ ਜਾਂਦੀਆਂ ਨੇ ਇੱਕੋ ਜਿਹੀਆਂ ਹੁੰਦੀਆਂ ਨੇ। ਇਹ ਦੇਖੋ ਲਾਸਟ ਲਾਈਨ ਦੇ ਵਿੱਚ ਪਿਆ ਇਹ ਵਾਲਾ। ਸੋ ਇਹ ਸੀ ਇਹਦਾ ਆਨਸਰ। ਚਲੋ ਹੁਣ ਅਗਲਾ ਸਟੈਂਜਾ ਦੇਖ ਲਈਏ। ਇਹ ਤਾਂ ਸਾਨੂੰ ਪਹਿਲੀ ਲਾਈਨ ਹੀ ਦੱਸਦੀ ਆ ਕਿਹੜੀ ਪੋਇਮ 'ਚੋਂ। ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ ਐਂਡ ਦਾ ਹੈਡ ਇਜ਼ ਹੈਲਡ ਹਾਈ, ਵੇਅਰ ਨੌਲੇਜ ਇਜ਼ ਫਰੀ, where the world has not been broken up into fragments by narrow domestic balls। ਹਾਂਜੀ, ਕਿਹੜੀ ਪੋਇਮ 'ਚੋਂ ਆ। ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ, ਲਿਖੀ ਕਿਹਦੀ ਹੋਈ ਆ, ਰਵਿੰਦਰਨਾਥ ਟੈਗੋਰ ਦੀ, ਠੀਕ। ਹੁਣ ਇਹ ਪੈਰੇ ਦੇ ਵਿੱਚ ਜਾਂ ਸਟੈਂਜੇ ਦੇ ਵਿੱਚ ਕੀ ਕਿਹਾ ਗਿਆ ਉਹ ਸਮਝ ਲੈਂਦੇ ਹਾਂ, ਠੀਕ ਹੈ ਬੇਟਾ।
ਇਹਦੇ ਵਿੱਚ ਉਹ ਗੱਲ ਕਰੀ ਹੈ ਕਿ ਜਿਹੜਾ ਬਿਨਾਂ ਕਿਸੇ ਡਰ ਰਹਿਤ ਮੁਕਤ ਹੈ ਨਾ ਜਿਹੜਾ ਮੇਰੇ ਦੇਸ਼ ਵਾਸੀ ਨੇ ਉਹ ਜਿਉਣ। ਕਵੀ ਆ ਜਿਹੜਾ ਉਹ ਇਹ ਈਸ਼ਵਰ ਅੱਗੇ ਪ੍ਰਾਰਥਨਾ ਕਰ ਰਿਹਾ ਗਾ, ਠੀਕ ਆ, ਕਿ ਉਹਦੇ ਦੇਸ਼ ਨੂੰ ਸਵਰਗ ਦੇ ਵਿੱਚ ਬਦਲ ਦੇ, ਅਜਿਹਾ ਸਵਰਗ ਜਿੱਥੇ ਦੇਸ਼ ਵਾਸੀ ਨਿਡਰ ਹੋਣ। ਅਤੇ ਅੱਗੇ ਕੀ ਕਹਿ ਰਿਹਾ ਉਹ, ਵੀਰ ਹੋਣ, ਉਤਸ਼ਾਹੀ ਹੋਣ, ਸਿਰ ਉੱਚਾ ਕਰਕੇ ਜਿਉਂ ਸਕਣ, ਠੀਕ, ਅਤੇ ਉਹਨਾਂ ਨੂੰ ਅਜਿਹਾ ਕੋਈ ਕੰਮ ਨਾ ਕਰਨਾ ਪਵੇ ਜੋ ਨੀਚ ਜਾਂ ਘਟੀਆ ਹੋਵੇ। ਉਹ ਅਗਲੀ ਗੱਲ ਆ ਜਿਹੜੀ ਨੌਲੇਜ ਫਰੀ ਦੀ ਗੱਲ ਹੋ ਰਹੀ ਆ, ਵੀ ਜਿਹੜੀ ਆਪਾਂ ਕਹਾਂ ਨੌਲੇਜ ਕੀ ਹੋ ਗਈ, ਗਿਆਨ ਆ ਜਿਹੜਾ ਮੁਕਤ ਹੋਵੇ, ਫਰੀ ਹੋਵੇ, ਠੀਕ, ਕਿਉਂਕਿ ਇਹੀ ਕਿਸੇ ਵੀ ਦੇਸ਼ ਦਾ ਜਿਹੜਾ ਆਪਾਂ ਕਹਾਂਗੇ ਆਧਾਰ ਆ। ਉੱਥੇ ਲੋਕ ਏਕਤਾ ਨਾਲ ਰਹਿਣ, ਪਿਆਰ ਨਾਲ ਰਹਿਣ, ਜਾਤ ਪਾਤ ਦੇ ਸੌੜੇ ਵਿਚਾਰਾਂ ਦੇ ਕਾਰਨ ਉਹਨਾਂ ਦੇ ਆਪਸ ਵਿੱਚ ਵੰਡੀਆਂ ਨਾ ਪਾਈਆਂ ਹੋਣ। ਇਸ ਸਟੈਂਜੇ ਦਾ ਮੀਨਿੰਗ ਆ। ਹੁਣ ਆਪਾਂ ਦੇਖਦੇ ਹਾਂ ਇਹਦੇ ਕੁਐਸਚਨਸ ਬੇਟਾ। ਵਾਟ ਇਜ਼ ਦਾ ਨੇਮ ਆਫ ਦਾ ਪੋਇਮ ਐਂਡ ਦਾ ਪੋਇਟ, ਉਹ ਹੋ ਗਿਆ ਸੈਕਿੰਡ ਕੁਐਸਚਨ। ਵਾਈ ਡਜ਼ ਦਾ ਪੋਇਟ ਵਾਂਟ ਨੌਲੇਜ ਟੂ ਬੀ ਫਰੀ, ਜਿਹੜਾ ਪੋਇਟ ਆ ਉਹ ਨੌਲੇਜ ਕਿਉਂ ਚਾਹੁੰਦਾ ਵੀ ਫਰੀ ਹੋਵੇ, ਮੁਕਤ ਹੋਵੇ ਸਾਰੇ ਬੰਧਨਾਂ ਤੋਂ, ਫਰੀ 'ਚ ਮਿਲੇ। ਆਨਸਰ ਕੀ ਹੈ, ਦਾ ਪੋਇਟ ਵਾਂਟਸ ਨੌਲੇਜ ਟੂ ਬੀ ਫਰੀ। ਦੇਖੋ ਸਾਰਾ ਕੁਐਸਚਨ 'ਚ ਪਿਆ, ਬਿਕਾਜ਼ ਇਟ ਇਜ਼ ਐਸੈਂਸ਼ੀਅਲ ਟੂ ਮੇਕ ਦਾ ਕੰਟਰੀ ਟਰੂਲੀ ਫਰੀ। ਕਿਸੇ ਦੇਸ਼ ਨੂੰ ਸੱਚਮੁੱਚ ਸੁਤੰਤਰ ਬਣਾਉਣ ਲਈ ਉੱਥੇ ਨੌਲੇਜ ਦਾ ਫਰੀ ਹੋਣਾ ਬਹੁਤ ਜ਼ਰੂਰੀ ਹੈ, ਐਸੈਂਸ਼ੀਅਲ ਆ, ਠੀਕ ਹੈ। ਸੋ ਇਹ ਹੋ ਗਿਆ ਸੈਕਿੰਡ ਕੁਐਸਚਨ। ਥਰਡ, ਵਾਟ ਡਜ਼ ਦਾ ਪੋਇਟ ਮੀਨ ਬਾਏ ਨੈਰੋ ਡੋਮੈਸਟਿਕ ਬਾਲਸ। ਨੈਰੋ ਡੋਮੈਸਟਿਕ ਬਾਲਸ ਦਾ ਕੀ ਮਤਲਬ ਆ, ਪੋਇਟ ਨੇ ਇੱਥੇ ਕੀ ਮਤਲਬ ਲਿਆ ਇਸ ਤੋਂ। ਹਾਂਜੀ, ਇਟ ਮੀਨਸ ਦਾ ਬਾਲਸ ਆਫ ਨੈਰੋ ਮਾਈਂਡਨੈਸ ਬੇਸਡ ਔਨ ਕਲਰ, ਕਾਸਟ ਐਂਡ ਕ੍ਰੀਡ। ਇਹ ਤੁਹਾਨੂੰ ਉਹਦੇ ਵਿੱਚ ਲਾਈਨਾਂ 'ਚ ਨਹੀਂ ਮਿਲੂਗਾ, ਤੁਸੀਂ ਆਪਣੇ ਕੋਲੋਂ ਯਾਦ ਕਰਨਾ। ਉੱਥੇ ਜਿਹੜਾ ਕਵੀ ਆ ਉਹ ਕਿਹਦੀਆਂ ਗੱਲਾਂ ਕਰ ਰਿਹਾ, ਜਾਤ ਪਾਤ ਅਤੇ ਸੌੜੇ ਵਿਚਾਰਾਂ ਤੋਂ ਮੁਕਤ ਦੀਆਂ, ਠੀਕ ਹੈ। ਜਿਹੜਾ ਹੁਣ ਡੋਮੈਸਟਿਕ ਬਾਲਸ ਦਾ ਤੰਗ ਦਿਲੀ ਦੇ ਕਾਰਨ ਘਰਾਂ ਅੰਦਰ ਪਈਆਂ ਹੋਈਆਂ ਦੀਵਾਰਾਂ ਜਾਂ ਵੰਡ ਵੀ ਮਤਲਬ ਛੋਟੇ ਵਿਚਾਰਾਂ ਕਰਕੇ ਘਰ ਵੰਡੇ ਜਾਂਦੇ ਨੇ, ਹੈ ਨਾ, ਉੱਥੇ ਉਹਨੇ ਇਸ ਤਰੀਕੇ ਨਾਲ ਉਹਨੂੰ ਰਿਪਰਜੈਂਟ ਕੀਤਾ। ਪਰ ਮੀਨਿੰਗ ਇਹਦਾ ਹੈਗਾ ਸੌੜੀ ਸੋਚ ਤੋਂ, ਜਿਹੜੀ ਜਾਤ ਪਾਤ 'ਤੇ ਆਧਾਰਿਤ ਹੁੰਦੀ ਹੈ। ਸੋ ਇਹ ਸੀ ਬੇਟਾ ਆਪਣਾ ਸਟੈਂਜਾ। ਇੱਕ ਇਹਦਾ ਕੁਐਸਚਨ ਇਹ ਵੀ ਆ ਸਕਦਾ ਇਹਦੇ 'ਚ, ਵਾਟ ਕਾਈਂਡ ਆਫ ਲਾਈਫ ਡਜ਼ ਦਾ ਪੋਇਟ ਵਾਂਟ ਫॉर ਹਿਸ ਪੀਪਲ। ਜਿਹੜਾ ਪੋਇਟ ਆ ਉਹ ਆਪਦੇ ਲੋਕਾਂ ਲਈ ਕਿਹੋ ਜਿਹੀ ਜ਼ਿੰਦਗੀ ਚਾਹੁੰਦਾ ਸੀ, ਜਾਂ ਕਿਹੋ ਜਿਹੀ ਜ਼ਿੰਦਗੀ ਲਈ ਪ੍ਰਾਰਥਨਾ ਕੀਤੀ ਉਹਨੇ। ਦਾ ਪੋਇਟ ਵਾਂਟਸ ਹਿਸ ਪੀਪਲ ਟੂ ਲਿਵ ਅ ਲਾਈਫ ਆਫ ਸੈਲਫ ਰਿਸਪੈਕਟ। ਕਿਹੋ ਜਿਹੀ ਲਾਈਫ, ਸੈਲਫ ਰਿਸਪੈਕਟ ਵਾਲੀ, ਵਿਦ ਨੋ ਫੀਅਰ ਇਨ ਦੇਅਰ ਹਾਰਟਸ, ਅਤੇ ਉਹਨਾਂ ਦੇ ਦਿਲਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ। ਸੋ ਇਹ ਸੀ ਬੇਟਾ ਸਟੈਂਜਾਸ। ਅਗਰ ਤੁਸੀਂ ਸਟੈਂਜਾ ਸਮਝ ਲਿਆ, ਅਗਰ ਕੁਐਸਚਨ ਕੋਈ ਘੁਮਾ ਫਿਰਾ ਕੇ ਵੀ ਆਇਆ ਤਦ ਵੀ ਤੁਸੀਂ ਆਨਸਰ ਦੇ ਸਕਦੇ ਹੋ। ਹਾਂਜੀ, ਥੈਂਕਸ ਫॉर ਵਾਚਿੰਗ, ਕੀਪ ਵਾਚਿੰਗ ਫॉर ਮੋਰ ਰਿਵੀਜ਼ਨ ਵੀਡੀਓਜ਼। ਬਾਏ ਫॉर ਨਾਓ ਬੇਟਾ।